डॉक्टर चीमा ने बराक ओबामा के बयानों ते जताई सहमति। राहुल गांधी नूं वैसे तो सारा देश ही चंगी तरह समझ बैठा पहला ही जो कुछ जिहड़ा हैगा बराक ओबामा ने क्या वो हिंदुस्तान की जनता तो बहुत देर तो कह चुकी है और कल कह ही नहीं चुकी, कई बार साबित भी कर चुकी है वो खिलाफ वोटा पा के भी ये लीडर जिहड़ा है उस काबिल नहीं है कि देश नूं लीड कर सके। इस करके ये तो कांग्रेस पार्टी नूं समझना चाहिए है कि जिस व्यक्ति नूं अज भी वो देश के भविख के तौर के उत्ते पेश कर रहा है उसकी वर्ल्ड लैवल के उत्ते इमेज की है। श्रोमणी अकाली दल के मुख बुलारे ਅਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਅੱਜ ਨੂਰਪੁਰ ਬੇਦੀ ਵਿਖੇ ਪਹੁੰਚੇ, ਜਿੱਥੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲ ਪੂਰੇ ਹੋਣ ਤੇ ਕਰਵਾਏ ਜਾ ਰਹੇ ਸਮਾਗਮਾਂ ਦੇ ਵਰੇ ਤੇ ਕਿਹਾ ਕਿ ਕਿਸੇ ਵੀ ਪਾਰਟੀ ਦੇ ਲਈ 100 ਸਾਲ ਪੂਰੇ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਜੋ ਕਿ ਪੰਜਾਬ ਦੇ ਅਤੇ ਭਾਰਤ ਦੇ ਇਤਿਹਾਸ ਵਿੱਚ ਇੱਕ ਅਹਿਮ ਸਥਾਨ ਰੱਖਦੀ ਹੈ ਉਸਦੇ 100 ਸਾਲ ਪੂਰੇ ਹੋਣ ਤੇ ਪਾਰਟੀ ਦੇ ਸ਼ਾਨਾਮਤੇ ਅਤੇ ਇਤਿਹਾਸ ਤੋਂ ਨੌਜਵਾਨਾਂ ਨੂੰ ਜਾਣੂ ਕਰਵਾਉਣਾ ਪਾਰਟੀ ਦੀ ਜ਼ਿੰਮੇਵਾਰੀ ਹੈ ਅਤੇ ਇਸ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸੰਬਰ ਮਹੀਨੇ ਦੇ ਵਿੱਚ 3 ਦਿਨਾਂ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਜਿੱਥੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹਾਜ਼ਰ ਹੋਵੇਗੀ ਉੱਥੇ ਹੀ ਪਾਰਟੀ ਦੇ ਥੱਲੜੇ ਪੱਧਰ ਦੇ ਵਰਕਰ ਅਤੇ ਲੀਡਰ ਵੀ ਇਸ ਸਮਾਗਮ ਵਿੱਚ ਹਾਜ਼ਰ ਹੋਣਗੇ। ਕਾਂਗਰਸੀ ਨੇਤਾ ਰਾਹੁਲ ਗਾਂਧੀ ਦੇ ਉੱਪਰ ਟਿੱਪਣੀ ਕਰਦਿਆਂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੁਣ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਆਪਣੀ ਕਿਤਾਬ ਦੇ ਵਿੱਚ ਰਾਹੁਲ ਗਾਂਧੀ ਨੂੰ ਰਾਜਨੀਤਿਕ ਸਮਝ ਨਾ ਹੋਣ ਦੀ ਗੱਲ ਅਮਰੀਕਾ ਦੇ ਰਾਸ਼ਟਰਪਤੀ ਨੇ ਕੀਤੀ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਵਿੱਚ ਬਹੁਤ ਵਾਰ ਦੇਸ਼ ਦੇ ਲੋਕਾਂ ਨੇ ਇਹ ਚੀਜ਼ ਸਾਬਤ ਕਰ ਦਿੱਤੀ ਹੈ ਕਿ ਰਾਹੁਲ ਗਾਂਧੀ ਦੇ ਵਿੱਚ ਦੇਸ਼ ਨੂੰ ਚਲਾਉਣ ਦੀ ਰਾਜਨੀਤਿਕ ਸਮਝ ਨਹੀਂ ਹੈ, ਪਰੰਤੂ ਹੁਣ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਵੱਲੋਂ ਵੀ ਅਜਿਹਾ ਆਪਣੀ ਕਿਤਾਬ ਦੇ ਵਿੱਚ ਲਿਖਿਆ ਗਿਆ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਹੁਣ ਆਤਮ ਪੜਚੋਲ ਕਰਨ ਦੀ ਲੋੜ ਹੈ ਅਤੇ ਕੇਵਲ ਇਸ ਗੱਲ ਦੇ ਉੱਪਰ ਰਾਹੁਲ ਗਾਂਧੀ ਨੂੰ ਲੀਡਰ ਦੇ ਤੌਰ ਤੇ ਸਥਾਪਿਤ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿ ਸਿਰਫ ਉਹ ਗਾਂਧੀ ਪਰਿਵਾਰ ਦੇ ਨਾਲ ਸੰਬੰਧਿਤ ਨੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੇਸ਼ ਦੇ ਉਪ ਰਾਸ਼ਟਰਪਤੀ ਨੂੰ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਕਰਵਾਉਣ ਸੰਬੰਧੀ ਲਿਖੇ ਗਏ ਪੱਤਰ ਦੇ ਬਾਰੇ ਬੋਲਦਿਆਂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਪਹਿਲਾਂ ਵੀ ਦੇਸ਼ ਦੇ ਉਪ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਯੂਨੀਵਰਸਿਟੀ ਦੇ ਪ੍ਰਬੰਧ ਨੂੰ ਸਹੀ ਢੰਗ ਨਾਲ ਚਲਾਉਣ ਦੇ ਲਈ ਸੈਨੇਟ ਦਾ ਚੁਣਿਆ ਜਾਣਾ ਬਹੁਤ ਜ਼ਰੂਰੀ ਹੈ, ਜਿਸ ਸੰਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਪਹਿਲਾਂ ਵੀ ਚਿੱਠੀ ਲਿਖੀ ਜਾ ਚੁੱਕੀ ਹੈ। ਪਰੰਤੂ ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸੈਨੇਟ ਚੋਣਾਂ ਕਰਵਾਉਣ ਦੇ ਲਈ ਤਾਂ ਚਿੱਠੀ ਲਿਖ ਰਹੇ ਨੇ, ਪਰੰਤੂ ਪੰਜਾਬ ਦੇ ਵਿੱਚ ਹੋਣ ਵਾਲੀਆਂ ਪਾਕ ਦੀਆਂ ਚੋਣਾਂ ਬਾਰੇ ਚੁੱਪ ਕਿਉਂ ਨੇ। ਉਹਨਾਂ ਸਵਾਲ ਖੜੇ ਕੀਤੇ ਕਿ ਪੰਜਾਬ ਦੇ ਵਿੱਚ ਕਾਰਪੋਰੇਸ਼ਨਾਂ ਦੀਆਂ ਅਤੇ ਕੌਂਸਲ ਦੀਆਂ ਚੋਣਾਂ ਹੋਣੀਆਂ ਬਾਕੀਆਂ ਨੇ, ਪਰੰਤੂ ਉਸ ਸੰਬੰਧੀ ਮੁੱਖ ਮੰਤਰੀ ਦੀ ਚੁੱਪੀ ਜਾਇਜ਼ ਨਹੀਂ ਹੈ। ਦੇਖੋ 100 ਸਾਲਾ ਜਿਹੜਾ ਕਿਸੇ ਵੀ ਪਾਰਟੀ ਦਾ ਇੱਥੋਂ ਤੱਕ ਪਹੁੰਚਣਾ ਬਹੁਤ ਵੱਡੀ ਪ੍ਰਾਪਤੀ ਹੁੰਦੀ। ਇਸ ਕਰਕੇ ਸਾਡੀ ਵੀ ਕੋਸ਼ਿਸ਼ ਹੈ ਕਿ 100 ਸਾਲ ਦਾ ਜਿਹੜਾ ਸਾਡਾ ਸ਼ਾਨਾਮਤਾ ਇਤਿਹਾਸ ਹੈ, ਆਜ਼ਾਦੀ ਤੋਂ ਪਹਿਲਾਂ ਦਾ ਵੀ, ਆਜ਼ਾਦੀ ਦੇ ਵਿੱਚ ਵੀ ਜੋ ਸ਼੍ਰੋਮਣੀ ਅਕਾਲੀ ਦਲ ਦਾ ਯੋਗਦਾਨ ਹੈ, ਆਜ਼ਾਦੀ ਤੋਂ ਬਾਅਦ ਪੰਜਾਬੀ ਸੂਬਾ ਬਣਾਉਣ ਵਾਸਤੇ ਐਮਰਜੈਂਸੀ ਦੇ ਦੌਰਾਨ ਪੰਜਾਬ ਦੇ ਪਾਣੀਆਂ ਦੀ ਜਿਹੜੀ ਲੜਾਈ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਹੈ, ਇਹ ਇਹੋ ਜਿਹਾ ਸਾਡਾ ਵੱਡਾ ਸ਼ਾਨਾਮਤਾ ਇਤਿਹਾਸ ਹੈ ਜਿਹਨੂੰ ਨਵੀਂ ਜਨਰੇਸ਼ਨ ਤੱਕ ਪਹੁੰਚਾਉਣਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ। ਇਸ ਕਰਕੇ ਅਸੀਂ 3 ਦਿਨ ਦਾ ਪ੍ਰੋਗਰਾਮ 12, 13, 14 ਦਸੰਬਰ ਦਾ ਸ਼੍ਰੀ ਅਨੰਦਪੁਰ ਸਾਹਿਬ ਰੱਖਿਆ, ਜਿੱਥੇ ਹੇਠਲੇ ਪੱਧਰ ਦੀ ਵੀ ਪਾਰਟੀ ਦੀ ਉੱਪਰ ਵਾਲੀ ਲੀਡਰਸ਼ਿਪ ਵੀ ਸਾਰੀ 3 ਦਿਨ ਇੱਥੇ ਰਹੇਗੀ। ਸਾਰੇ ਵਿਸ਼ਿਆਂ ਦੇ ਉੱਤੇ ਵਿਚਾਰ ਵਟਾਂਦਰਾ ਕਰਾਂਗੇ, ਭਵਿੱਖ ਦੀ ਆਪਣੀ ਰਣਨੀਤੀ ਕਿ ਇਸ 100 ਸਾਲਾ ਕੰਪਲੀਟ ਕਰਨ ਤੋਂ ਬਾਅਦ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ, ਰੀਜਨਲ ਪਾਰਟੀਆਂ ਦੀ ਰਾਜਨੀਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੀ ਰੋਲ ਹੋ ਸਕਦਾ ਹੈ, ਇਹ ਸਾਰੀਆਂ ਚੀਜ਼ਾਂ ਅਸੀਂ ਉਹਦੇ ਵਿੱਚ ਬੈਠ ਕੇ ਤੈਅ ਕਰਾਂਗੇ। ਸੋ ਬੜਾ ਵੱਡਾ ਔਰ ਇੱਕ ਇਤਿਹਾਸਿਕ ਈਵੈਂਟ ਹੋਏਗਾ, ਉਹਦੀ ਤਿਆਰੀ ਜਿਹੜੀ ਆ ਪ੍ਰੋਪਰ ਚੱਲ ਰਹੀ। ਆਪ ਇੱਕ ਟਿੱਪਣੀ ਕਰਦੇ ਆ ਰਾਹੁਲ ਗਾਂਧੀ ਬਾਰੇ ਲਿਖਿਆ ਕਿ ਉਹਨਾਂ ਵਿੱਚ ਸਿਆਣਪ ਦੀ ਘਾਟ ਹੈ, ਕਿਸ ਤਰ੍ਹਾਂ ਦੇਖਦੇ ਹੋ ਸਰ? ਕਿਉਂਕਿ ਰਾਹੁਲ ਗਾਂਧੀ ਨੂੰ ਵੈਸੇ ਤਾਂ ਸਾਰਾ ਦੇਸ਼ ਹੀ ਚੰਗੀ ਤਰ੍ਹਾਂ ਸਮਝ ਬੈਠਾ ਪਹਿਲਾਂ ਹੀ ਜੋ ਕੁਛ ਜਿਹੜਾ ਹੈਗਾ ਬਰਾਕ ਓਬਾਮਾ ਨੇ ਕਿਹਾ ਉਹ ਹਿੰਦੁਸਤਾਨ ਦੀ ਜਨਤਾ ਤਾਂ ਬਹੁਤ ਦੇਰ ਤੋਂ ਕਹਿ ਚੁੱਕੀ ਹੈ ਔਰ ਕੱਲ੍ਹ ਕਹਿ ਹੀ ਨਹੀਂ ਚੁੱਕੀ, ਕਈ ਵਾਰੀ ਸਾਬਤ ਵੀ ਕਰ ਚੁੱਕੀ ਹੈ ਉਹਦੇ ਖਿਲਾਫ ਵੋਟਾਂ ਪਾ ਕੇ ਵੀ ਇਹ ਲੀਡਰ ਜਿਹੜਾ ਹੈ ਉਸ ਕਾਬਿਲ ਨਹੀਂ ਹੈ ਕਿ ਦੇਸ਼ ਨੂੰ ਲੀਡ ਕਰ ਸਕੇ। ਇਸ ਕਰਕੇ ਇਹ ਤਾਂ ਕਾਂਗਰਸ ਪਾਰਟੀ ਨੂੰ ਸਮਝਣਾ ਚਾਹੀਦਾ ਹੈ ਕਿ ਜਿਸ ਵਿਅਕਤੀ ਨੂੰ ਅੱਜ ਵੀ ਉਹ ਦੇਸ਼ ਦੇ ਭਵਿੱਖ ਦੇ ਤੌਰ ਦੇ ਉੱਤੇ ਪੇਸ਼ ਕਰ ਰਿਹਾ ਉਹਦੀ ਵਰਲਡ ਲੈਵਲ ਦੇ ਉੱਤੇ ਇਮੇਜ ਕੀ ਹੈ ਕਿ ਵਰਲਡ ਲੈਵਲ ਦੇ ਲੀਡਰ ਜਦੋਂ ਵੱਖ-ਵੱਖ ਦੇਸ਼ਾਂ ਦੇ ਲੀਡਰਾਂ ਦੀ ਐਨਾਲਿਸਿਸ ਕਰਦੇ ਆ
ਤੇ ਉੱਥੇ ਕਾਂਗਰਸ ਦਾ ਜਿਹੜਾ ਫਿਊਚਰ ਹੈ ਉਹ ਕਿੱਥੇ ਖੜਾ। ਇਸ ਕਰਕੇ ਮੈਂ ਸਮਝਦਾ ਕਾਂਗਰਸ ਪਾਰਟੀ ਇਸ ਟਿੱਪਣੀ ਤੋਂ ਡੈਫੀਨਿਟਲੀ ਕੋਈ ਨਾ ਕੋਈ ਸਬਕ ਜਿਹੜਾ ਜ਼ਰੂਰ ਸਿੱਖੇਗੀ ਔਰ ਗਾਂਧੀ ਪਰਿਵਾਰ ਦਾ ਹੋਣ ਦੇ ਨਾਤੇ ਇਕੱਲਾ ਲੋਕਾਂ ਦੇ ਉੱਤੇ ਦੇਸ਼ ਦੇ ਉੱਤੇ ਥੋਪਣ ਦੀ ਬਜਾਏ ਆਪਣੀ ਇੰਟਰੋਸਪੈਕਸ਼ਨ ਕਰੇਗੀ। ਸਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਯੂਨੀਵਰਸਿਟੀ ਵਿੱਚ ਸੀਨੇਟ ਚੋਣਾਂ ਕਰਾਉਣ ਦੇ ਲਈ ਪ੍ਰੈਜ਼ੀਡੈਂਟ ਨੂੰ ਲਿਖਿਆ, ਪਰ ਕੌਂਸਲ ਚੋਣਾਂ ਦੇ ਵਿੱਚ ਕਿਤੇ ਨਾ ਕਿਤੇ ਉਹ ਕਹਿ ਰਹੇ ਕਿ ਹਜੇ ਲੇਟ ਹੋਣੀਆਂ। ਇਹਦੇ ਬਾਰੇ ਕੀ ਕਹਿਣਾ? ਦੇਖੋ, ਗੱਲ ਹੈ ਜਿੱਥੋਂ ਤੱਕ ਯੂਨੀਵਰਸਿਟੀ ਦੀਆਂ ਸੈਨੇਟ ਦਾ ਚੋਣਾਂ ਦਾ ਸਵਾਲ ਆ, ਉਹ ਤਾਂ ਸਾਡੇ ਪ੍ਰਧਾਨ ਸਾਹਿਬ ਨੇ ਵੀ ਪਹਿਲਾਂ ਉਪ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਹੈ ਕਿ ਇੱਥੇ ਇਮੀਡੀਏਟਲੀ ਜਿਹੜਾ ਡੈਮੋਕ੍ਰੈਟਿਕ ਕੰਟਰੋਲ ਆ ਯੂਨੀਵਰਸਿਟੀ ਦੇ ਵਿੱਚ ਉਹ ਸਥਾਪਿਤ ਹੋਣਾ ਚਾਹੀਦਾ, ਕਿਉਂਕਿ ਹਮੇਸ਼ਾ ਹੀ ਸੈਨੇਟ ਜਿਹੜੀ ਆ ਉਹ ਇਲੈਕਟ ਹੁੰਦੀ ਹੈ ਔਰ ਵੱਡੇ ਜਿਹੜੇ ਫੈਸਲੇ ਆ ਯੂਨੀਵਰਸਿਟੀ ਦੇ ਸੈਨੇਟ ਨਾਲ ਹੁੰਦੇ। ਸੈਨੇਟ ਦੀਆਂ ਚੋਣਾਂ ਨਾ ਕਰਵਾ ਕੇ ਉਹਨੂੰ ਬਾਈਪਾਸ ਕਰਕੇ ਤੇ ਆਪਣਾ ਨਵਾਂ ਜਿਹੜਾ ਗਵਰਨਿੰਗ ਸਿਸਟਮ ਇੰਪੋਜ਼ ਕਰਨਾ, ਇਹ ਬਹੁਤ ਹੀ ਅਨਡੈਮੋਕ੍ਰੈਟਿਕ ਤਰੀਕਾ। ਇਸ ਕਰਕੇ ਇਹ ਤਾਂ ਅਸੀਂ ਵੀ ਪਹਿਲੇ ਮੰਗ ਕੀਤੀ ਹੈ, ਕੁਐਸਚਨ ਅਸੀਂ ਰੇਜ਼ ਕੀਤਾ। ਇਸ ਕਰਕੇ ਜੇ ਮੁੱਖ ਮੰਤਰੀ ਸਾਹਿਬ ਨੇ ਕੀਤਾ ਤਾਂ ਅੱਛੀ ਗੱਲ ਹੈ, ਸੈਨੇਟ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ, ਤੁਰੰਤ ਹੋਣੀਆਂ ਚਾਹੀਦੀਆਂ। ਪਰ ਮੁੱਖ ਮੰਤਰੀ ਸਾਹਿਬ ਨੂੰ ਇਹ ਵੀ ਚਾਹੀਦਾ ਹੈ ਕਿ ਆਪ ਵੀ ਜਿਹੜੀਆਂ ਚੋਣਾਂ ਪੈਂਡਿੰਗ ਆ, ਆਪ ਵੀ ਜਿਹੜੀਆਂ ਘੱਟੋ ਘੱਟ ਸੂਬੇ ਦੇ ਵਿੱਚ ਜ਼ਰੂਰ ਕਰਵਾਉਣ, ਕਿਉਂਕਿ ਸਾਰੀਆਂ ਕਾਰਪੋਰੇਸ਼ਨਾਂ ਦੀਆਂ, ਸਾਰੀਆਂ ਮਿਊਨਿਸਪਲ ਕਮੇਟੀਆਂ ਦੀਆਂ ਵੱਡੇ ਪੱਧਰ ਦੇ ਉੱਤੇ ਚੋਣਾਂ ਪੈਂਡਿੰਗ। ਹੋਰ ਵੀ ਇੱਥੇ ਕਾਲਜਾਂ ਦੀਆਂ ਦੂਜੇ ਥਾਵਾਂ ਦੀਆਂ ਨਹੀਂ ਹੁੰਦੀਆਂ। ਇਸ ਕਰਕੇ ਆਪ ਵੀ ਐਗਜ਼ਾਮਪਲ ਬਣਨ ਤਾਂ ਚੰਗੀ ਗੱਲ। ਚੜ੍ਹਦੀ ਕਲਾ ਟਾਈਮ ਟੇਬਲ ਲਈ ਨੂਰਪੁਰ ਬੇਦੀ ਅਨੰਦਪੁਰ ਸਾਹਿਬ ਤੋਂ ਬੁੱਧ ਸਿੰਘ ਰਾਣਾ ਦੀ ਰਿਪੋਰਟ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ।